ਨਾਮ ਵਾਹਿਗੁਰੂ ਜੀਓ। ਤੂੰ ਸਮਰੱਥ ਅਕਾਥ ਅਗੋਚਰ, ਜੀਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਨੌਵਾਂ। ਯਹ ਮਨ ਨੈਕ ਨ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ। ਦੁਰਮਤ ਤੇ ਨਾ ਟਰੈ ਰਹਾਉ। ਯਹ ਮਨ ਨੈਕ ਨ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ। ਦੁਰਮਤ ਤੇ ਨਾ ਟਰੈ ਰਹਾਉ। ਮਦ ਮਾਇਆ ਕੈ ਭਇਓ ਬਾਵਰੁ, ਹਰ ਜਸ ਨੇ ਉਚਰੈ। ਕਰ ਪਰਪੰਚ ਜਗਤ ਕੋ ਡਹਿਕੈ, ਆਪਨੋ ਉਦਰ ਪਰੈ। ਸਵਾਨ ਪੂਛ ਜਿਉ ਹੋਏ ਨ ਸੂਦੋ, ਕਹਿਓ ਨ ਕਾਨ ਤਰੈ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਂ ਤੇ ਕਾਜ ਸਰੈ। ਸਵਾਨ ਪੂਛ ਜਿਉ ਹੋਏ ਨ ਸੂਦੋ, ਕਹਿਓ ਨ ਕਾਨ ਤਰੈ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਂ ਤੇ ਕਾਜ ਸਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਉਹਨਾਂ ਦੀ ਇਲਾਹੀ ਜੋਤ ਦੇ ਮਾਲਕ, ਸਾਰੇ ਜਗਤ ਦੀਆਂ ਝੋਲੀਆਂ ਰਹਿਮਤਾਂ ਨਾਲ ਭਰਨਹਾਰ, ਤਮਾਮ ਜਗਤ ਦਾ ਦੁੱਖੜਾ ਮਹਿਸੂਸ ਕਰਕੇ ਉਹਨੂੰ ਦੂਰ ਕਰਨ ਵਾਲੇ ਸਾਹਿਬ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦੇ ਬਚਨ ਸਤਿਗੁਰਾਂ ਦੀ ਮਿਹਰ ਨਾਲ ਰਲ ਮਿਲ ਕੇ ਵਿਚਾਰ ਰਹੇ ਹਾਂ। ਅੱਜ ਮੇਰੇ ਗੁਰੂ ਦਾਤਾ ਜੀ ਨੇ ਦੇਵ ਗੰਧਾਰੀ ਰਾਗ ਦੇ ਅੰਦਰ ਜੋ ਸ਼ਬਦ ਉਚਾਰਨ ਕੀਤਾ ਹੈ, ਉਹਦੇ ਆਪਾਂ ਦਰਸ਼ਨ ਕਰਾਂਗੇ। ਦੇਵ ਗੰਧਾਰੀ ਰਾਗ ਅੰਦਰ 3 ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤੇ ਨੇ। ਅੱਜ ਪਹਿਲਾ ਸ਼ਬਦ ਹੈ। ਪਹਿਲਾਂ ਉੱਪਰ ਸਤਿਗੁਰਾਂ ਨੇ ਮੰਗਲਾਚਰਨ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਦੇ ਵਿੱਚ ਬਹੁਤ ਕੁਝ ਛਿਪਿਆ ਹੋਇਆ ਹੈ। ਅਕਾਲ ਪੁਰਖ ਇੱਕ ਹੈ ਜੋ ਸਾਰੀ ਸ੍ਰਿਸ਼ਟੀ ਵਿੱਚ ਰਮਿਆ, ਪਰ ਉਸ ਨਾਲ ਜੁੜਿਆ ਜਾ ਸਕਦਾ ਸਤਿਗੁਰਾਂ ਦੀ ਕਿਰਪਾ ਨਾਲ, ਸਿੱਧਾ ਨਹੀਂ ਕੋਈ। ਸਿੱਧਾ ਤੇ ਦੁਨੀਆ ਦਿਸਦੀ, ਪਸ਼ੂ ਪੰਛੀ ਆਦਮੀ ਦਰਿਆ ਪਹਾੜ ਚੀਜ਼ਾਂ ਦਿਸਣਗੀਆਂ, ਰੱਬ ਨਹੀਂ।
ਰੱਬ ਇੱਕ ਦਿਸਦਾ ਹੈ ਸਤਿਗੁਰਾਂ ਦੀ ਕਿਰਪਾ ਨਾਲ। ਤੋ ਸਤਿਗੁਰਾਂ ਨੇ ਨਾਲ ਉਚੇਚਾ ਲਿਖਿਆ ਰਾਗ ਦੇਵ ਕੰਧਾਰੀ, ਕੱਲਾ ਦੇਵ ਕੰਧਾਰੀ ਨਹੀਂ, ਰਾਗ ਦੇਵ ਕੰਧਾਰੀ ਮਹੱਲਾ ਨੌਵਾਂ, ਨਾਵੇਂ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਬਚਨ ਨੇ। ਅੱਜ ਕੁਝ ਜ਼ਿੰਦਗੀ ਦੇ ਬਹੁਤ ਮੁੱਢਲੇ ਜਿਹੇ ਸਵਾਲ ਜਿਹੜੇ ਕਿ ਕਮਾਈ ਕਰਦਿਆਂ ਕਰਦਿਆਂ ਅੰਤ ਤੱਕ ਵੀ ਇਹ ਨਾਲ ਤੁਰੇ ਜਾਂਦੇ ਨੇ। ਉਹ ਸਵਾਲ ਨੇ ਸਤਿਗੁਰਾਂ ਨੇ ਜੋ ਅੱਜ ਕਿਰਪਾ ਕੀਤੀ ਹੈ। ਬਚਨ ਨੇ ਯਹ ਮਨ ਨੰਨੇ ਥਲੇ ਔਂਕੜੇ, ਆਹ ਮਨ ਜਿਹੜਾ ਬੋਲ ਰਿਹਾ ਹੈ, ਜਿਹੜਾ ਸੁਣ ਰਿਹਾ ਹੈ, ਜਿਹੜਾ ਸਾਡੇ ਅੰਦਰ ਇਹ ਪ੍ਰਦਿਸ਼ ਨਹੀਂ ਰਿਹਾ, ਨੈਕ ਨਾ ਕਹਿਓ ਕਰੈ। ਜੋ ਮੈਂ ਕਹਿਣਾ ਵਾਂ ਇਹ ਕਰਦਾ ਨਹੀਂ, ਮੇਰੇ ਤੋਂ ਬਾਰੀਕ ਹੈ। ਸੀਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਟਰੈ ਰਹਾਓ। ਕਹਿੰਦੇ ਨੂੰ ਜਿੰਨੀ ਮਰਜ਼ੀ ਸਿੱਖਿਆ ਦੇ ਦਈਏ, ਰੋਜ਼ ਪੜ੍ਹਾਈਏ ਕਈ ਕਈ ਘੰਟੇ, ਮਨਾ ਤੂੰ ਬੁਰੇ ਕਰਮ ਨਾ ਕਰਿਆ ਕਰ, ਨਾ ਮੈਨੂੰ ਐਵੇਂ ਆਲੇ ਦੁਆਲੇ ਘੁਮਾ ਕੇ ਪਰੇਸ਼ਾਨ ਕਰਿਆ ਕਰ। ਇਹ ਭੈੜੀ ਜਿਹੜੀ ਤੇਰੀ ਖਿਆਲ ਤੇਰੀ ਮੱਤ ਤੂੰ ਦੇ ਰਿਹਾ ਹੈ ਨਾ, ਇਹਦੇ ਤੋਂ ਟਲ ਜਾ, ਪਰ ਇਹ ਟਲਦਾ ਨਹੀਂ। ਸਤਿਗੁਰਾਂ ਨੇ ਇੱਥੋਂ ਤੱਕ ਕਹਿ ਦਿੱਤਾ, ਇਸੇ ਸ਼ਬਦ ਅੰਦਰ ਅਖੀਰਲੀ ਪੰਕਤੀ ਤੋਂ ਪਹਿਲਾਂ ਲਿਖਿਆ, ਸਵਾਨ ਪੂਛ ਜਿਉ ਭਇਓ ਨ ਸੂਧੋ। ਸਵਾਨ ਕਹਿੰਦੇ ਕੁੱਤੇ ਨੂੰ, ਕਹਿੰਦੇ ਜਿਵੇਂ ਕੁੱਕਰ ਦੀ ਪੂਛਲ ਨੂੰ ਜਿੰਨਾ ਮਰਜ਼ੀ ਸਿੱਧਾ ਕਰਕੇ ਰੱਖੋ ਫਿਰ ਡਿੰਗੀ ਦੀ ਡਿੰਗੀ। ਬੰਦੇ ਦਾ ਮਨ ਵੀ ਇਸੇ ਤਰ੍ਹਾਂ ਦਾ, ਇਹਨੂੰ ਜਿੰਨੀ ਮਰਜ਼ੀ ਸਿੱਖਿਆ ਦੇ ਲਈਏ ਇਹ ਫਿਰ ਡਿੰਗੇ ਦਾ ਡਿੰਗਾ ਹੀ ਰਹਿੰਦਾ ਹੈ। ਸਵਾਲ ਅੱਜ ਦੇ 3-4 ਉੱਠਦੇ ਨੇ, ਇਹ ਮਨ ਸਾਡੇ ਕਾਬੂ ਵਿੱਚ ਕਿਉਂ ਨਹੀਂ ਆਉਂਦਾ, ਇਹ ਮਨ ਸਾਡੇ ਆਖੇ ਕਿਉਂ ਨਹੀਂ ਲੱਗਦਾ। ਪਹਿਲਾ ਸਵਾਲ, ਮਨ ਆਖੇ ਕਿਉਂ ਨਹੀਂ ਲੱਗਦਾ। ਇਹਨੂੰ ਸਿੱਖਿਆ ਵੀ ਦੇਈ ਦੀਏ ਫਿਰ ਵੀ ਇਹ ਸਾਡੀ ਨਹੀਂ ਮੰਨਦਾ, ਆਪਣੀ ਮਰਜ਼ੀ ਕਰਦਾ। ਦੂਸਰਾ, ਗੁਰੂ ਕੇ ਪਿਆਰਿਓ, ਕੀ ਇਹ ਮਨ ਸਾਰਿਆਂ ਦੇ ਕਾਬੂ ਨਹੀਂ ਆਉਂਦਾ ਕਿ ਕੋਈ ਕਹਿਣ ਜਿਨ੍ਹਾਂ ਦੇ ਇਹ ਕਾਬੂ ਵੀ ਆ ਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦਾ ਹੈ। ਤੀਸਰਾ ਸਵਾਲ ਅੱਜ ਇਸੇ ਸ਼ਬਦ 'ਚੋਂ ਸਮਝਣ ਦਾ ਯਤਨ ਕਰਾਂਗੇ ਕਿ ਮੇਰੇ ਨਿਰੰਕਾਰ ਜੀ ਨੇ ਬਣਾਇਆ ਹੀ ਮਨ ਇਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਹੁਣ ਇਹ ਸਾਨੂੰ ਚੰਚਲ ਬਣ ਕੇ ਕਦੇ ਕਿਸੇ ਦੇ ਘਰ ਲੈ ਜਾਂਦਾ, ਕਦੇ ਕਿੱਥੇ ਧੱਕੇ ਖਵਾਉਂਦਾ ਹੈ। ਕਿ ਰੱਬ ਨੇ ਇਸ ਦਾ ਸਰੂਪ ਭੈੜਾ ਹੀ ਬਣਾਇਆ ਸੀ ਵੀ ਇਸ ਤਰ੍ਹਾਂ ਬੰਦੇ ਨੂੰ ਅਸ਼ਾਂਤ ਕਰੇ, ਭੜਕਾਈ ਰੱਖੇ, ਕਦੇ ਟਿਕ ਕੇ ਨਾ ਬਹਿਣ ਦੇਵੇ। ਫਿਰ ਇੱਕ ਹੋਰ ਵੀ ਇਹਦੇ ਨਾਲ ਸਵਾਲ ਜ਼ਰੂਰ ਵਿਚਾਰੀਏ ਕਿ ਇਹਦੀ ਮਨ ਦੀ ਇਹ ਚੰਚਲਤਾ, ਇਸ ਵੱਲੋਂ ਮਿਲਣ ਵਾਲੇ ਦੁੱਖਾਂ ਨੂੰ ਵੇਖ ਕੇ, ਇਹਦੀ ਭੈੜੀ ਹਾਲਤ ਨੂੰ ਵੇਖ ਕੇ ਸਾਨੂੰ ਢੇਰੀ ਢਾਹ ਕੇ ਬਹਿ ਜਾਣਾ ਚਾਹੀਦਾ ਵੀ ਤੇ ਕਾਬੂ ਨਹੀਂ ਹੁੰਦਾ। ਜਿਵੇਂ ਅੱਜ ਮਹਾਰਾਜ ਜੀ ਨੇ ਬਚਨ ਕਿਹਾ, ਯਹ ਮਨ ਨੈਕ ਨਾ ਕਹਿਓ ਕਰੈ। ਇਹ ਚੰਗੇ ਕੰਮ ਕਰਦਾ ਹੀ ਨਹੀਂ, ਇਹਨੂੰ ਬੜੀ ਸਿੱਖਿਆ ਦੇਈ ਦੀ, ਇਹ ਭੈੜੀ ਖਿਆਲ ਪਾਣੋਂ ਖੱਟਦਾ ਹੀ ਨਹੀਂ। ਕੁੱਤੇ ਦੀ ਪੂੰਛ ਦੀ ਤਰ੍ਹਾਂ ਇਹ ਫਿਰ ਡਿੰਗੇ ਦਾ ਡਿੰਗਾ ਏ। ਇਹ ਘੜੀ ਪਲ ਆਉਂਦਾ ਏ ਕਿ ਇਹਦੇ ਹਾਲਾਤ ਵੇਖ ਕੇ ਸਾਨੂੰ ਆਪਣੇ ਆਪ ਨੂੰ ਬਹਿ ਜਾਣਾ ਚਾਹੀਦਾ ਵੀ ਸਾਡੇ ਖੱਚ ਖੜੇ, ਢੇਰੀ ਢਾਹ ਦਿੱਤੀ ਵੀ ਸਾਥੋਂ ਕੁਝ ਨਹੀਂ ਖੋਣਾ। ਨਹੀਂ ਗੁਰੂ ਕੇ ਪਿਆਰਿਓ, ਆਓ ਜਰਾ ਇੱਕ ਇੱਕ ਚੀਜ਼ ਦੇ ਨਾਲ ਤੁਰਾਂਗੇ। ਸਭ ਤੋਂ ਪਹਿਲੀ ਗੱਲ, ਸਾਧ ਸੰਗਤ, ਇਹ ਮਨ ਕਾਬੂ ਕਿਉਂ ਨਹੀਂ ਆਉਂਦਾ, ਇਹ ਚੰਚਲ ਕਿਉਂ ਹੈ? ਇਹਦਾ ਸਿੰਪਲ ਜਿਹਾ ਜਵਾਬ ਸਤਿਗੁਰਾਂ ਨੇ ਗੁਰਬਾਣੀ ਵਿੱਚ ਬਹੁਤ ਵਾਰ ਬਖਸ਼ਿਆ, ਸਾਡੀ ਸਮਝ ਆਉਣ ਵਾਲਾ। ਉਹ ਹੈ ਮਨ ਹੈ ਚੰਚਲ। ਚੰਚਲ ਕਿਉਂ ਹੈ? ਮੈਲਾ ਹੈ। ਕਈ ਜਨਮਾਂ ਤੋਂ ਅਸੀਂ ਤੁਰੇ ਆ ਰਹੇ ਹਾਂ। ਸਤਿਗੁਰਾਂ ਦੇ ਬਚਨ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਖੁਆਸਿਆ ਹੋ। ਜਿੰਨੀ ਮੈਲ ਸੀ ਪਿਛਲੇ ਜਨਮਾਂ ਦੀ ਇਹਦੇ ਨਾਲ ਤੁਰੀ ਆ ਰਹੀ ਹੈ। ਜਿੰਨਾ ਕਿਸੇ ਦਾ ਮਨ ਮੈਲਾ ਹੋਏਗਾ ਓਨਾ ਹੀ ਉਹ ਮਨ ਆਦਮੀ ਨੂੰ ਖਰਾਬ ਕਰੇਗਾ। ਜਿੰਨਾ ਮਨ ਦੀ ਮੈਲ ਧੁੱਪਦੀ ਜਾਏਗੀ ਗੁਰੂ ਕੇ ਪਿਆਰਿਓ, ਓਨਾ ਕੀ ਇਹ ਮਨ ਸ਼ਾਂਤ ਵੀ ਹੋਏਗਾ ਅਤੇ ਇਹ ਖਰਾਬ ਵੀ ਘੱਟ ਕਰੇਗਾ। ਤੋ ਸਭ ਤੋਂ ਪਹਿਲੀ ਗੱਲ ਇਹ ਹੈ, ਇਹ ਮਨ ਜਿਹੜਾ ਇਹ ਮੈਲਾ ਹੋਣ ਕਰਕੇ ਨਹੀਂ ਟਿਕਦਾ ਗੁਰੂ ਕੇ ਪਿਆਰਿਓ। ਦੂਸਰਾ,
ਕੀ ਨਿਰੰਕਾਰ ਜੀ ਨੇ ਇਹ ਸਾਰਿਆਂ ਦਾ ਮਨ ਮੈਲਾ ਜਾਣ ਬੁੱਝ ਕੇ ਬਣਾਇਆ ਸੀ? ਨਹੀਂ, ਉਹਨੇ ਨਹੀਂ ਬਣਾਇਆ। ਅਸੀਂ ਕੱਪੜੇ ਧੋ ਕੇ ਪ੍ਰੈਸ ਕਰਕੇ ਪਾਈ ਦੇ ਨੇ, ਪਰ 2-4 ਦਿਨਾਂ ਬਾਅਦ ਜਦੋਂ ਉਸ ਨੂੰ ਵੇਖੀਏ ਤੇ ਉਹਨੂੰ ਮੈਲ ਲੱਗੀ ਹੁੰਦੀ, ਆਪਾਂ ਕੀ ਵੇਖਦੇ, ਕੀ ਕਹਾਂਗੇ ਵੀ ਕੱਪੜਾ ਬਣਾਇਆ ਹੀ ਮੈਲਾ ਸੀ ਕਿ ਬਾਅਦ ਵਿੱਚ ਉਹਨੂੰ ਮੈਲ ਲੱਗੀ ਏ। ਗੁਰੂ ਕੇ ਪਿਆਰਿਓ, ਸਰੋਵਰ ਤੇ ਪਾਣੀ ਸੀ, ਤਲਾਬ ਅੰਦਰ ਬੜਾ ਸੋਹਣਾ। ਕੁਝ ਸਮੇਂ ਬਾਅਦ ਉਹਦੇ ਤੇ ਜਾਲਾ ਆ ਗਿਆ। ਕੀ ਆਖਾਂਗੇ ਸਰੋਵਰ ਤੇ ਪਾਣੀ ਦਾ ਜਾਲਾ ਪਹਿਲਾਂ ਹੀ ਇਕੱਠੇ ਸਨ? ਜਿਵੇਂ ਜਾਲਾ ਬਾਅਦ ਵਿੱਚ ਲੱਗਾ ਹੈ ਪਿਆਰ ਵਾਲਿਓ, ਜਿਵੇਂ ਸਾਡੇ ਕੱਪੜੇ ਮੈਲੇ ਹੋਏ ਪਰ ਉਹ ਸਾਰਾ ਕੁਝ ਬਾਅਦ ਵਿੱਚ ਹੈ ਨਾ, ਇਸੇ ਤਰ੍ਹਾਂ ਹੀ ਜੋ ਸਾਡਾ ਮਨ, ਇਹ ਪਹਿਲਾਂ ਦੀ ਇਹਨੂੰ ਮੈਲ ਲੱਗੀ ਹੋਈ, ਰੱਬ ਨੇ ਨਹੀਂ ਇਹਨੂੰ ਮੈਲ ਲਾਈ। ਮੈਲ ਅਸੀਂ ਆਪ ਇਸ ਜ਼ਿੰਦਗੀ ਦੇ ਇਹੋ ਜਿਹੇ ਕਰਮ ਕਰ ਬੈਠਦੇ ਹਾਂ ਜਿਨ੍ਹਾਂ ਦੀ ਮੈਲ ਸਾਨੂੰ ਇਸ ਦੇ ਨਾਲ ਜੁੜੀ ਜਾ ਰਹੀ ਹੈ। ਇਹ ਸਾਰਿਆਂ ਦੇ ਹੁੰਦਾ ਹੀ ਮਨ ਵੱਸ ਵਿੱਚ ਨਹੀਂ ਆਉਂਦਾ, ਨਹੀਂ ਐਸੀ ਗੱਲ ਨਹੀਂ। ਨਾ ਤੇ ਰੱਬ ਨੇ ਮਨ ਮੈਲਾ ਬਣਾਇਆ, ਉਹਨੇ ਪਵਿੱਤਰ ਬਣਾਇਆ। ਜਿਵੇਂ ਅਸੀਂ ਵਸਤਰ ਪਹਿਨਦੇ ਹਾਂ ਪਵਿੱਤਰ, ਪਰ ਉਸ ਤੋਂ ਬਾਅਦ ਮੈਲੇ ਹੁੰਦੇ ਨੇ ਪਿਆਰਿਓ। ਫਿਰ ਜੇ ਮੈਲ ਲੱਗੇ ਤੇ ਕੀ ਕਰੀਦਾ? ਉਹਨੂੰ ਧੋਣ ਦਾ ਯਤਨ ਕਰੀਦਾ। ਇਸੇ ਤਰ੍ਹਾਂ ਸਾਹਿਬ ਕਹਿੰਦੇ ਮਨ ਮੈਲਾ ਏ, ਇਹਨੂੰ ਧੋਤਾ ਜਾ ਸਕਦਾ ਹੈ। ਸਾਹਿਬ ਕਹਿੰਦੇ ਮਨ ਆਖੇ ਨਹੀਂ ਲੱਗਦਾ, ਇਹਨੂੰ ਲਗਾਇਆ ਜਾ ਸਕਦਾ ਏ। ਧਿਆਨ ਕਰਨਾ ਭਈ ਇਹਦੇ ਸਾਹਮਣੇ ਸਤਿਗੁਰੂ ਕਹਿੰਦੇ ਢੇਰੀ ਢਾਹ ਕੇ ਨਹੀਂ ਬਹਿਣਾ ਨਾ, ਤੇ ਨਾ ਹੀ ਗੁਰੂ ਕੇ ਪਿਆਰਿਓ ਆਪਣੇ ਹਥਿਆਰ ਸੁੱਟਣੇ ਚਾਹੀਦੇ ਨੇ। ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਇਹਦੇ ਦੋਵੇਂ ਰੂਪ ਦਿਖਾਏ ਨੇ। ਪਹਿਲਾ ਰੂਪ ਹੈ ਭਈ ਇਹ ਮਨ ਚੰਚਲ, ਆਖੇ ਨਹੀਂ ਲੱਗਦਾ। ਬਹੁਤ ਇਸ ਮਨ ਦੇ ਸਰੂਪ ਨੇ। ਇੱਕ ਗੁਰੂ ਕੇ ਪਿਆਰਿਓ ਈਸਾਈ ਨੇਤਾ ਏ, ਉਹਦੇ ਬੜੇ ਪਿਆਰੇ ਜਿਹੇ ਬੋਲ ਨੇ। ਉਹ ਕਹਿੰਦੇ ਉਹਨਾਂ ਗੱਲ ਤੇ ਸਾਰਿਆਂ ਦੀ ਕਰਨੀ ਹੁੰਦੀ, ਪਰ ਸਿਆਣੇ ਆਦਮੀ ਮਾੜੀ ਗੱਲ ਨੂੰ ਆਪਣੇ ਨਾਲ ਜੋੜ ਕੇ ਕਰਨਗੇ। ਉਹ ਕਹਿੰਦਾ ਚੰਗਿਆਈ ਜੋ ਮੈਂ ਕਰਨਾ ਚਾਹੁੰਦਾ ਵਾਂ ਉਹ ਮੇਰੇ ਤੋਂ ਹੁੰਦੀ ਨਹੀਂ, ਬੁਰਿਆਈ ਜੋ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੇਰੇ ਤੋਂ ਹੋ ਜਾਂਦੀ ਏ। ਇਹ ਮਨ ਦੀ ਹਾਲਤ 'ਤੇ ਆਪਾਂ ਵੇਖ ਸਕਦੇ ਹਾਂ ਭਈ ਆਪਾਂ ਚਾਹੁੰਦੇ ਨਹੀਂ, ਪਰ ਫਿਰ ਵੀ ਬਦੋ ਬਦੀ ਉਹ ਮਨ ਤੋਂ ਉਹ ਬੁਰੇ ਕਰਮ ਹੋ ਹੀ ਜਾਂਦੇ ਹਨ। ਇੱਕ ਲਾਤੀਨੀ ਸ਼ਾਇਰ ਉਹਨੇ ਬਹੁਤ ਪਿਆਰੇ ਬਚਨ ਇਸ ਮਨ ਬਾਰੇ ਕਹੇ ਨੇ, ਕਿਉਂਕਿ ਗੱਲ ਅੱਜ ਕਰ ਰਹੇ ਹਾਂ ਵੀ ਆਖੇ ਨਹੀਂ ਲੱਗਦਾ। ਇਹ ਮਨ ਸਾਰਿਆਂ ਨੂੰ ਖਰਾਬ ਕਰਦਾ ਹੈ ਕਿ ਰੱਬ ਨੇ ਇਸੇ ਤਰ੍ਹਾਂ ਦਾ ਬਣਾਇਆ ਸੀ ਕਿ ਇਹਦੇ ਸਾਹਮਣੇ ਢੇਰੀ ਢਾਹ ਦਈਏ। ਤੋ ਮੈਂ ਕੱਲ ਇਹ ਸਾਂਝੇ ਜੇ ਇਹਦੇ 'ਚੋਂ ਜਵਾਬ ਅੱਜ ਲੱਭਣੇ ਨੇ ਆਪਾਂ ਨੇ। ਤੋ ਲਾਤੀਨੀ ਸ਼ਾਇਰ ਸੀ ਇੱਕ, ਉਹ ਕਹਿਣ ਲੱਗਾ ਅਸੀਂ ਚੰਗੀਆਂ ਗੱਲਾਂ ਸੁਣਦੇ ਹਾਂ, ਉਹਦੀ ਪ੍ਰੋੜਤਾ ਵੀ ਕਰਦੇ ਹਾਂ, ਪਰ ਅਸੀਂ ਲੱਗਦੇ ਹਾਂ ਭੈੜੀਆਂ ਗੱਲਾਂ ਦੇ ਪਿੱਛੇ। ਅਤੇ ਸੁਣਨ ਦਾ ਕੀ ਲਾਭ? ਇਸੇ ਤਰ੍ਹਾਂ ਹੁੰਦਾ ਹੈ ਅਸੀਂ ਕਿੰਨਾ ਕੁਝ ਚੰਗਾ ਸੁਣਦੇ ਹਾਂ, ਆਹ ਸਿਰ ਵੀ ਖਿਲਾਈਦਾ ਵੀ ਬਿਲਕੁਲ ਠੀਕ ਗੱਲ ਏ, ਪਰ ਕਰੀਦਾ ਉਹ ਕੁਝ ਉਹਨਾਂ ਦੇ ਪਿੱਛੇ ਲੱਗੀਦਾ ਹੈ ਜਿਹੜੇ ਭੈੜੇ ਖਿਆਲ ਨੇ। ਸਤਿਕਾਰਯੋਗ ਭਾਈ ਵੀਰ ਸਿੰਘ ਹੋਰਾਂ ਨੇ ਨਾ ਇਸ ਮਨ ਬਾਰੇ ਬਹੁਤ ਹੀ ਇੱਕ ਪਿਆਰਾ ਜਿਹਾ ਪ੍ਰਮਾਣ ਅਲੰਕਾਰ ਦਿੱਤਾ ਸਾਗਰ ਦਾ ਤੇ ਨਦੀ ਦਾ। ਉਹ ਕਹਿੰਦੇ ਸਾਗਰ ਜਦੋਂ ਇੱਕ ਦਿਨ ਨਦੀ ਆਈ, ਉਹਦੇ ਕੋਲ ਸਾਰੀਆਂ ਨਦੀਆਂ ਦਾ ਪਾਣੀ ਸਮੁੰਦਰ 'ਚ ਹੀ ਜਾ ਕੇ ਪੈਂਦਾ ਹੈ। ਤਾਂ ਸਾਨੂੰ ਸਮਝਾਉਣ ਲਈ ਕਹਿੰਦੇ ਸਾਗਰ ਨੇ ਇੱਕ ਦਿਨ ਨਦੀ ਨੂੰ ਇੱਕ ਸਵਾਲ ਕੀਤਾ। ਸਾਗਰ ਪੁੱਛਦਾ ਨਦੀਏ, ਸਾਰੇ ਬੂਟੇ ਬੂਟੀਆਂ ਪੁੱਟ ਲਿਆਵੇਂ, ਪਰ ਨਾ ਕਦੇ ਬੈਂਤ ਦਾ ਬੂਟਾ ਇੱਥੇ ਆਣ ਪਹੁੰਚਾਵੇਂ। ਨਦੀ ਜਦੋਂ ਤੂੰ ਪਹਾੜਾਂ ਤੋਂ ਤੁਰਦੀ ਏ, ਤੇਰੇ ਵਹਿਣ ਦੇ ਸਾਹਮਣੇ ਬੜੇ ਬੜੇ ਵੱਡੇ ਬੂਟੇ ਰੁੱਖ ਛੋਟੇ ਮੋਟੇ ਟੁੱਟ ਕੇ ਕਈ ਤੇਰੇ ਨਾਲ ਹੀ ਤੁਰੇ ਆਉਂਦੇ ਆਉਂਦੇ ਉਹ ਮੇਰੇ ਤੱਕ ਪਹੁੰਚ ਜਾਂਦੇ ਸਾਗਰ ਤੱਕ। ਪਰ ਮੈਂ ਬੜਾ ਹੈਰਾਨ ਹਾਂ, ਬੈਂਤ ਦਾ ਬਾਂਸ ਦਾ ਬੂਟਾ ਤੂੰ ਕਿਉਂ ਨਹੀਂ ਕਦੇ ਮੇਰੇ ਕੋਲ ਲਿਆਈ? ਕੀ ਤੇਰੇ ਰਾਹ ਵਿੱਚ ਬਾਂਸ ਕਦੇ ਨਹੀਂ ਆਏ? ਕੀ ਤੇਰੇ ਰਾਹ ਦੇ ਅੰਦਰ ਬਾਂਸ ਹੈ ਹੀ ਨਹੀਂ ਹਨ? ਗੁਰੂ ਕੇ ਪਿਆਰਿਓ, ਉਹ ਕਹਿਣ ਲੱਗੇ ਭਈ ਨਦੀ ਦਾ ਅੱਗੋਂ ਜਵਾਬ ਸੀ। ਜਵਾਬ ਕੀ ਹੈ ਉਹਦਾ? ਉਹ ਕਹਿਣ ਲੱਗੀ ਨਹੀਂ, ਮੇਰੇ ਰਾਹ ਵਿੱਚ ਬੈਂਤ ਦੇ ਬੂਟੇ ਆਉਂਦੇ ਨੇ। ਫਿਰ ਉਹਨੂੰ ਕਿਉਂ ਨਹੀਂ ਨਾਲ ਲੈ ਕੇ ਆਉਂਦੀ?
ਨਦੀ ਆਖਦੀ ਸਭ ਆਕੜ ਵਾਲੇ ਬੂਟੇ ਪੁੱਟ ਸੁੱਟਾਂ, ਪਰ ਜੋ ਝੁਕ ਵਗੇ ਰੌਂ ਰੁੱਖ ਨੂੰ ਪੇਸ਼ ਨਾ ਉਸ 'ਤੇ ਜਾਵੇ। ਜਰਾ ਤੱਕਣਾ ਮਨ ਦੀ ਹਾਲਤ ਕੀ ਹੈ ਸਾਡੀ। ਮਨ ਉਸ ਬਾਂਸ ਦੀ ਤਰ੍ਹਾਂ ਹੈ। ਕਹਿੰਦੇ ਜਦੋਂ ਨਦੀ ਆਖਦੀ ਜਦੋਂ ਮੈਂ ਆਉਂਦੀ ਹਾਂ ਪੂਰੇ ਤੇਜ਼ੀ ਨਾਲ, ਉਹ ਬੂਟਾ ਝੁਕ ਜਾਂਦਾ, ਜਿੱਧਰ ਨੂੰ ਮੈਂ ਤੁਰਦੀ ਹਾਂ ਉਹ ਤੁਰ ਪੈਂਦਾ। ਮੈਂ ਸੋਚਦੀ ਹਾਂ ਨਾਲ ਤੁਰ ਪਿਆ ਏ, ਪਰ ਥੋੜ੍ਹੇ ਕੁ ਚਿਰ ਬਾਅਦ ਹੀ ਪਤਾ ਲੱਗਦਾ ਏ ਉਹ ਝੁਕ ਗਿਆ ਸੀ, ਨਾਲ ਤੁਰਿਆ ਸੀ। ਮੈਂ ਅਗਾਂਹ ਹੋਈ ਤਾਂ ਫਿਰ ਉੱਥੇ ਦਾ ਉੱਥੇ ਖੜਾ ਰਹਿ ਜਾਂਦਾ ਹੈ। ਨਾਲ ਉਹ ਕੇਵਲ ਝੁਕਦਾ, ਤੁਰਨ ਲਈ ਨਹੀਂ, ਕੇਵਲ ਸਮਾਂ ਟਪਾਉਣ ਲਈ। ਉਹ ਕੇਵਲ ਉਸ ਪਾਸੇ ਨੂੰ ਹਾਂ 'ਚ ਹਾਂ ਮਿਲਾਉਂਦਾ ਏ, ਕੇਵਲ ਭੁਲੇਖਾ ਪਾਉਣ ਨੂੰ। ਬਿਲਕੁਲ ਮਨ ਦੀ ਹਾਲਤ ਵੀ ਇਹੀ ਹੈ ਗੁਰੂ ਕੇ ਪਿਆਰਿਓ। ਜਦੋਂ ਮਹਾਰਾਜ ਦੇ ਬਚਨ ਵੀ ਸੁਣੀ ਦੇ ਕਾਰਨ, ਮਹਾਂਪੁਰਖਾਂ ਦੇ ਖਿਆਲ ਉਲਾਖੀ ਬਚਨ ਸੁਣਨ ਤੋਂ ਬਾਅਦ ਇਹ ਇੱਕ ਵਾਰ ਸਿਰ ਨਿਵਾਉਂਦਾ ਏ ਅਤੇ ਅੰਦਰ ਕਹਿੰਦਾ ਬਿਲਕੁਲ ਠੀਕ ਤੁਰਾਂਗਾ, ਪਰ ਬਾਅਦ ਵਿੱਚ ਫਿਰ ਉੱਥੇ ਦਾ ਉੱਥੇ ਖੜਾ ਹੈ। ਜਦੋਂ ਹੀ ਗੁਰਦੁਆਰੇ ਉਹ ਬਾਹਰ ਨਿਕਲੇ, ਜੈਸੇ ਇੱਥੇ ਘਰ ਵਿੱਚ ਕਈ ਵਾਰ ਕਿਤਾਬਾਂ ਚੰਗੀਆਂ ਪੜ੍ਹ ਕੇ ਹਾਂ 'ਚ ਹਾਂ ਮਿਲਾਉਂਦਾ ਏ, ਪਿਆਰਿਓ ਮੀਡੀਆ ਰਾਹੀਂ ਸੁਣਦਾ ਏ, ਪਰ ਖੜਾ ਉੱਥੇ ਦੇ ਉੱਥੇ ਕਰਨ ਦੀ ਜਦੋਂ ਵਾਰੀ ਆਉਂਦੀ ਏ, ਉਦੋਂ ਬਿਲਕੁਲ ਇਹ ਅੱਗੇ ਤੁਰਨ ਦਾ ਨਾਂ ਹੀ ਨਹੀਂ ਲੈਂਦਾ, ਫਿਰ ਉੱਥੇ ਦਾ ਉੱਥੇ ਖਲੋ ਜਾਂਦਾ ਏ। ਤੋ ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਜੀ ਨੇ ਇਸ ਮਨ ਦੀ ਸ਼ਕਲ ਪਹਿਲਾਂ ਦਿਖਾਈ ਚੰਚਲ। ਆਪਾਂ ਵੇਖਦੇ ਹਾਂ ਇਸ ਮਨ ਨੂੰ, ਇਹ ਜਦੋਂ ਕਿਧਰੇ ਪਾਠ ਕਰਦਿਆਂ ਥੋੜ੍ਹਾ ਜਿਹਾ ਰਸ ਆਵੇ ਨਾ, ਸਮਝ ਲੈਣਾ ਇਹ ਹੁਣ ਚੰਚਲ ਮਨ ਕਾਬੂ ਆ ਗਿਆ। ਨਹੀਂ, ਇਹ ਐਵੇਂ ਉਸ ਜਿਵੇਂ ਬਾਂਸ ਦਾ ਬੂਟਾ ਨਦੀ ਦੇ ਸਾਹਮਣੇ ਝੁਕਦਾ ਸੀ ਨਾ, ਇਹ ਉਸੇ ਤਰ੍ਹਾਂ ਕਈ ਵਾਰ ਥੋੜ੍ਹਾ ਚਿਰ ਡੰਗ ਟਪਾਊਕ ਹੁੰਦਾ ਹੈ। ਗੁਰੂ ਸਾਹਿਬ ਦਾ ਇੱਕ ਬਚਨ ਵੀ ਹੈ ਨਾ, ਸਾਹਿਬ ਕਹਿੰਦੇ ਕਬੀਰ ਬਾਂਸ ਵਡਾਈ ਬੂੜਿਆ, ਇਉਂ ਮਤ ਡੁਬੋ ਕੋਏ, ਚੰਦਨ ਕੈ ਨਿਕਟੈ ਬਸੇ। ਕਹਿੰਦੇ ਚੰਦਨ ਦੇ ਕੋਲ ਵੱਸਦਾ, ਬਾਂਸ ਸੁਗੰਧ ਨਾ ਖੋਏ। ਬਾਂਸ ਦਾ ਰੁੱਖ ਪੇਡਾ ਚੰਦਨ ਦੇ ਕੋਲ ਖਲੋ ਕੇ ਵੀ ਖਾਲੀ ਦਾ ਖਾਲੀ ਰਹਿ ਜਾਂਦਾ, ਉਹਦੀ ਸੁਗੰਧੀ ਆਉਂਦੀ ਨਹੀਂ। ਇਸ ਮਨ ਨੂੰ ਕਿਤਨਾ ਗਿਆਨ ਬਾਹਰੋਂ ਦਿੱਤਾ ਜਾਂਦਾ, ਅੰਦਰੋਂ ਵੀ ਇਹਦੀ ਆਤਮਾ ਇਹਦੀ ਮੱਤ ਕਹਿੰਦੀ ਚੰਗਾ ਗਿਆਨ, ਪਰ ਇਹ ਫਿਰ ਉਹਦੇ ਪ੍ਰਭਾਵ ਨੂੰ ਕਬੂਲਦਾ ਹੀ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਹਜ਼ੂਰ ਕਹਿੰਦੇ ਜਿਵੇਂ ਰਾਤ ਕਾਲੀ ਹੈ ਨਾ, ਅਤੇ ਉਹਦੇ ਵਿੱਚ ਕੋਈ ਚਿੱਟੀ ਚੀਜ਼ ਰੱਖ ਦਿਓ, ਭਾਵੇਂ ਸਾਰੀ ਰਾਤ ਕਾਲੀ ਹੈ, ਚਿੱਟੀ ਚੀਜ਼ ਜਿਹੜੀ ਸਾਰੀ ਰਾਤ ਉਹਦੇ 'ਚ ਪਈ ਰਹੀ, ਪਰ ਚਿੱਟਾ ਕੱਪੜਾ, ਚਿੱਟਾ ਦੁੱਧ ਜਾਂ ਚਿੱਟਾ ਕੋਈ ਰੰਗ ਵਾਲੀ ਚੀਜ਼, ਉਹ ਜਿਵੇਂ ਰਾਤ ਦੇ ਪੂਰੇ ਹਨੇਰੇ ਵਿੱਚ ਵੀ ਉਹਨੇ ਕਾਲਾ ਨਹੀਂ ਖੋਣਾ, ਉਹ ਆਪਣਾ ਸੁਭਾਅ ਨਹੀਂ ਬਦਲਦੀ ਚੀਜ਼। ਦਿਓ ਬੱਗਾ ਤਪੈ ਕਣਾ, ਕਾਲਿਆਂ ਕਾਲੇ ਵਨ, ਦਿਨ ਚੜ੍ਹਿਆ ਚਾਰ ਚਫੇਰੇ ਚਾਨਣ। ਜਿਹੜੀ ਕਾਲੀ ਚੀਜ਼, ਜਿਹੜਾ ਕਾਲਾ ਰੰਗ ਏ, ਸੂਰਜ ਦੇ ਚਾਨਣ ਨਾਲ ਉਹ ਕਾਲਾ ਰੰਗ ਆਪਣਾ ਸੁਭਾਅ ਨਹੀਂ ਬਦਲਦਾ। ਉਸੇ ਤਰ੍ਹਾਂ ਕਹਿੰਦੇ ਇਸੇ ਤਰ੍ਹਾਂ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ ਕਬੈ ਨਾ ਪਾਵੈ ਮਾਨ। ਕਹਿੰਦੇ ਜਿਹੜਾ ਮਨ ਹੈ ਨਾ, ਕਈਆਂ ਦਾ ਮੂਰਖ ਐਸਾ ਏ ਭਈ ਇਹਨੂੰ ਜਿੰਨਾ ਮਰਜ਼ੀ ਗਿਆਨ ਦਾ ਸੂਰਜ ਚੜਾ ਦਿਓ, ਇਹ ਫਿਰ ਉਸੇ ਤਰ੍ਹਾਂ ਦਾ ਹੀ ਕਾਲੇ ਦਾ ਕਾਲਾ ਸੁਭਾਅ ਨਹੀਂ ਬਦਲਦਾ। ਫਿਰ ਇਹਦਾ ਇਲਾਜ ਕੀ ਹੋਇਆ? ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਰਾ ਉਧਰ ਤੁਰੀਏ, ਇਹਦੀ ਮਾੜੀ ਹਾਲਤ ਵੇਖ ਕੇ ਅਸੀਂ ਢੇਰੀ ਢਾਹ ਕੇ ਨਾ ਬਹਿ ਜਾਈਏ ਵੀ ਇਹ ਤਾਂ ਫਿਰ ਧਾਰਮਿਕ ਉਪਦੇਸ਼ ਸੁਣ ਕੇ ਵੀ ਨਹੀਂ ਬਦਲਦਾ, ਸਾਨੂੰ ਕੁਛ ਕਰਨਾ ਹੀ ਨਹੀਂ ਚਾਹੀਦਾ। ਨਹੀਂ ਪਿਆਰਿਓ, ਜਰਾ ਤੱਕੋ ਹੁਣ ਸਤਿਗੁਰਾਂ ਦੇ ਬਚਨ ਤੇ ਇਤਿਹਾਸ ਦੇ ਪੰਨੇ। ਗਰੀਬ ਨਵਾਜ ਪਿਤਾ ਜੀ ਕਹਿੰਦੇ ਕੁਝ ਲੋਕ ਦੁਨੀਆ 'ਚ ਉਹ ਨੇ ਜਿਹੜੇ ਇੱਕ ਵਾਰ ਉਹਨਾਂ ਨੂੰ ਸਤਿਗੁਰਾਂ ਕੋਲੋਂ, ਮਹਾਂਪੁਰਖਾਂ ਕੋਲੋਂ, ਕਿਸੇ ਪਿਆਰੇ ਦੇ ਪਾਸੋਂ ਕੋਈ ਰੱਬ ਦੀ ਗੱਲ ਸੁਣ ਜਾਵੇ, ਇੱਕਦਮ ਜੀਵਨ ਬਦਲ ਲੈਂਦੇ ਨੇ। ਉਹ ਮਨ ਦੇ ਆਖੇ ਨਹੀਂ ਲੱਗਦੇ, ਉਸੇ ਵਕਤ ਉਸ ਰਾਹ 'ਤੇ ਤੁਰਨ ਲਈ ਤਿਆਰ ਹੋ ਜਾਂਦੇ। ਦੂਸਰੇ ਕੁਝ ਉਹ ਨੇ ਜਿਹੜੇ ਕੁਝ ਸਮਾਂ ਸੁਣਦੇ ਨੇ ਬਚਨ, ਸੁਣ ਕੇ ਹੌਲੀ ਹੌਲੀ ਜਿਵੇਂ ਕੋਇਲ ਦੇ ਬੱਚੇ ਕਾਵਾਂ ਦੀ ਆਲਣੇ 'ਚੋਂ ਉਹਦੀ ਕੂਕੂ ਦੀ ਆਵਾਜ਼ ਸੁਣਨ ਤੋਂ ਬਾਅਦ ਕੁਝ ਸਮੇਂ ਬਾਅਦ ਨਿਕਲਦੇ ਹਨ। ਤੀਜੇ ਉਹ ਨੇ ਜਿਨ੍ਹਾਂ ਦੇ ਅੰਦਰ ਕੁਝ ਸਵਾਲ ਹਨ,
ਉਹਨਾਂ ਨੂੰ ਜਵਾਬ ਚਾਹੀਦੇ ਨੇ। ਜੇ ਉਹਨਾਂ ਨੂੰ ਮਹਾਰਾਜ ਜੀ ਦੇ ਘਰੋਂ ਉਹ ਸਹੀ ਜਵਾਬ ਮਿਲ ਜਾਣ, ਸ਼ੰਕਾ ਮਿਟਿਆ, ਅਤੇ ਉਹ ਫਿਰ ਇਸ ਰਾਹ 'ਤੇ ਤੁਰ ਪੈਂਦੇ ਅਤੇ ਕਾਮਯਾਬ ਹੁੰਦੇ ਨੇ। ਚੌਥੇ ਕੁਝ ਹੋਰ ਨੇ ਇਸ ਤੋਂ ਨੀਵੇਂ, ਉਹ ਦੁਵਿਧਾ 'ਚ ਰਹਿੰਦੇ ਨੇ। ਸ਼ੰਕੇ ਆਏ, ਸ਼ਰਧਾ ਬਣੀ, ਫਿਰ ਮਨ ਨੇ ਪਲਟਾ ਖਾਧਾ, ਫਿਰ ਸ਼ੱਕ ਕਰ ਲਿਆ, ਫਿਰ ਸ਼ਰਧਾ ਬਣੀ, ਫਿਰ ਸ਼ੱਕ ਕਰ ਲਿਆ। ਬਸ ਕਦੇ ਤੇ ਕਹਿਣਗੇ ਵਾਹ ਵਾਹ ਕਮਾਲ ਹੋ ਗਈ, ਇੰਨਾ ਕੁਝ ਸਤਿਗੁਰਾਂ ਦੇ ਘਰ ਹੈ, ਅਸੀਂ ਤਾਂ ਭੁੱਲੇ ਹੀ ਰਹਿ ਗਏ। ਮੈਂ ਇੱਥੇ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ। ਇਹ ਮਨ ਸ਼ਰਾਰਤਾਂ ਜਿਹੜੀਆਂ ਕਰਦਾ ਏ, ਹੈਰਾਨ ਖੋਈਦਾ। ਕਈ ਵਾਰ ਬਹੁਤ ਸਾਰੇ ਸੱਜਣ ਮਿਲਦੇ ਨੇ, ਉਹ ਕਿਸੇ ਸੰਸਥਾ ਵਿੱਚ ਪਹਿਲਾਂ ਰਹਿ ਕੇ ਧਰਮ ਦੀ ਮਹਾਰਾਜ ਜੀ ਦੇ ਘਰ ਦੀ ਸੇਧ ਲੈਂਦੇ ਨੇ। ਸੰਸਥਾ ਕੋਈ ਸਾਧੂ ਹੋਵੇ ਜਾਂ ਕੋਈ ਗੁਰੂ ਕੇ ਪਿਆਰੇ ਗੁਰਮੁਖ ਪਿਆਰੇ ਹੋਣ, ਕੋਈ ਕਾਲਜ ਜਾਂ ਕੋਈ ਵੀ ਇਹੋ ਜਿਹੀ ਸੰਸਥਾ ਜਿਹਨੇ ਜੋੜਿਆ ਹੋਵੇ। ਕੋਈ ਉਹਦੇ ਨਾਲ 5 ਸਾਲ ਲਾਉਂਦਾ, ਕੋਈ 2 ਸਾਲ, ਕੋਈ 10 ਸਾਲ। ਉੱਥੇ ਜਿੰਨਾ ਕੁ ਧਰਮ ਦੇ ਰਾਹ 'ਤੇ ਤੁਰਨਾ ਸੀ ਤੁਰਦਾ ਹੈ। ਉਹਨੂੰ ਅਗਲਾ ਮਿਲਦਾ ਜਦੋਂ ਉਹਨੂੰ ਲੱਗਦਾ ਵੀ ਇੱਥੇ ਠੀਕ ਹੈ, ਪਹਿਲਾਂ ਮੈਂ ਭੁੱਲਿਆ ਸੀ। ਬਿਲਕੁਲ ਠੀਕ ਹੈ। ਜਿੱਥੇ ਦੂਸਰੇ ਕੋਲ ਜਾ ਕੇ ਜਦੋਂ ਅਸੀਂ ਇਹ ਕਹਿੰਦੇ ਹਾਂ ਗੱਲ ਵੀ ਮੈਂ ਤਾਂ ਭੁੱਲਿਆ ਹੀ ਰਿਹਾ, ਮੈਂ ਤਾਂ ਉੱਥੇ ਐਵੇਂ ਅੜਿਆ ਰਿਹਾ। ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਗੁਰਬਾਣੀ ਪੜ੍ਹਾਈ ਹੋਵੇ, ਸਾਨੂੰ ਸੰਥਿਆ ਦਿੱਤੀ ਹੋਵੇ, ਜਿਨ੍ਹਾਂ ਨੇ ਸੇਵਾ ਕਰਨ ਦੀ ਜਾਚ ਸਿਖਾਈ ਹੋਵੇ, ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਸਾਨੂੰ ਧਿਆਨ ਲਾਉਣ ਦੀ ਕਦੇ ਜਾਚ ਦੱਸੀ ਹੋਵੇ, ਪਰ ਅਸੀਂ ਕਾਮਯਾਬ ਨਾ ਹੋਈਏ। ਮੈਂ ਉਹਨਾਂ ਦੀ ਗੱਲ ਕਰ ਰਿਹਾ। ਜਿਹੜੇ ਨਿੰਦਾ ਵਿੱਚ ਪਏ ਜਾਂ ਕੁਛ ਕਰਦੇ ਨਹੀਂ, ਉਹਨਾਂ ਦੀ ਨਹੀਂ। ਉੱਥੇ ਆ ਕੇ ਜਿਹੜਾ ਸਾਡੇ ਤੋਂ ਇੱਕ ਭੁੱਲ ਹੁੰਦੀ ਬਹੁਤ ਵੱਡੀ, ਮੈਂ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਕਦੇ ਨਾ ਕਰੀਏ। ਜਦੋਂ ਅਸੀਂ ਕਿਸੇ ਅਗਲੇ ਸਾਧੂ ਕੋਲ, ਅਗਲੇ ਮਹਾਂਪੁਰਖ ਕੋਲ ਜਾਂਦੇ ਹਾਂ, ਉੱਥੇ ਆਨੰਦ ਬਣਦਾ ਏ, ਅਤੇ ਸਾਡੀ ਜ਼ੁਬਾਨ ਤੋਂ ਸੁਭਾਵਕ ਹੀ ਜਿਨ੍ਹਾਂ ਰਾਹਾਂ ਤੋਂ ਲੰਘ ਕੇ ਆਏ ਹੁੰਦੇ ਹਾਂ, ਉਹਨਾਂ ਨੂੰ ਅਸੀਂ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਨਾ ਕਦੇ ਕਰੀਏ। ਜਿਹਨੇ ਪਹਿਲੀ ਕਲਾਸ ਵਿੱਚ ਪੜ੍ਹਾਇਆ ਏ, ਉਹ ਟੀਚਰ ਵੀ, ਉਹ ਅਧਿਆਪਕ ਵੀ, ਉਹ ਪੂਰਾ ਹੀ ਸਤਿਕਾਰਯੋਗ ਏ। ਉਹਨੇ ਉਦੋਂ ਸਾਡਾ ਲੈਵਲ ਹੀ ਉਹ ਸੀ, ਸਾਨੂੰ ਉਹਨੇ ਉਹ ਗੱਲਾਂ ਪੜ੍ਹਾਈਆਂ ਜਿਹਦੀ ਸਾਨੂੰ ਉਹਦੀ ਲੋੜ ਸੀ। ਉਹਦੀ ਬਦੌਲਤ ਹੀ ਅਸੀਂ ਦੂਜੀ, ਤੀਜੀ, ਚੌਥੀ ਕਲਾਸ, 5ਵੀਂ 'ਚ ਅਸੀਂ ਪਹੁੰਚੇ ਹਾਂ। ਉਹਦੀ ਬਦੌਲਤ ਹੀ 10ਵੀਂ ਕੀਤੀ, 11ਵੀਂ, 12ਵੀਂ, ਅੱਗੇ ਅਸੀਂ BA MA ਕਰਕੇ PhD ਤੱਕ ਪਹੁੰਚੇ। ਜੇ ਕੋਈ ਬੰਦਾ ਤੁਲਨਾ ਕਰਨ ਲੱਗ ਪਵੇ PhD ਦਾ ਪ੍ਰੋਫੈਸਰ ਅਤੇ ਪਹਿਲੀ ਕਲਾਸ ਦਾ ਟੀਚਰ, ਉਹ ਮਾੜਾ ਸੀ ਅਤੇ ਉਹ ਪ੍ਰੋਫੈਸਰ ਚੰਗਾ ਨਹੀਂ, ਚੰਗੇ ਦੋਵੇਂ ਨੇ। ਪਰ ਜਿਵੇਂ ਜਿਵੇਂ ਸਾਡੀ ਕਪੈਸਿਟੀ, ਸਾਡੇ ਅੰਦਰ ਗਿਆਨ ਲੈਣ ਦੀ ਭਾਵਨਾ ਵਧੀ, ਤਿਉਂ ਮਹਾਰਾਜ ਸਾਨੂੰ ਉਸੇ ਤਰ੍ਹਾਂ ਦੇ ਗੁਰਮੁਖਾਂ ਦਾ ਮੇਲ ਕਰਾਉਂਦੇ ਨੇ। ਪਹਿਲੇ ਨੂੰ ਮਾੜਾ ਨਾ ਕਹੀਏ, ਪਰ ਅਗਲਾ ਜੋ ਕੁਛ ਹੁਣ ਜਿੱਥੇ ਪਹੁੰਚੇ ਹੋ, ਉਹਨੂੰ ਪੂਰੇ 100% ਸਤਿਕਾਰ ਨਾਲ ਉਹਨੂੰ ਪ੍ਰਵਾਨ ਕਰੀਏ। ਪਹਿਲਿਆਂ ਦਾ ਅਦਬ ਸਤਿਕਾਰ ਕਰੀਏ। ਇਹ 'ਚ ਇੱਕ ਹੋਰ ਵੀ ਬੜੀ ਵੱਡੀ ਭੁੱਲ ਹੁੰਦੀ। ਅੱਜ ਦਾ ਵਿਸ਼ਾ ਤੇ ਨਹੀਂ ਸੀ, ਪਰ ਗੱਲ ਚੱਲੀਏ। ਕਈ ਵਾਰ ਅਸੀਂ ਜਦੋਂ ਵੀ ਜਿੱਥੋਂ ਸਾਨੂੰ ਰੂਹਾਨੀਅਤ ਦੀ ਦਾਤ ਦੇ, ਇਹ ਮਹਾਰਾਜ ਜੀ ਦੀ ਕਿਰਪਾ ਨਾਲ ਰਹਿਮਤਾਂ ਮਿਲਣ, ਅੰਦਰ ਟਿਕੇ ਮਨ, ਬਖਸ਼ਾਂ ਹੋਣ, ਉੱਥੇ ਗੁਰੂ ਕੇ ਪਿਆਰਿਓ ਅਸੀਂ ਫਿਰ ਥੋੜ੍ਹਾ ਜਿਹਾ ਉੱਥੇ ਰਹਿ ਕੇ ਪਿੱਛੋਂ ਜਿੱਥੋਂ ਆਏ ਹਾਂ ਉੱਥੇ ਜਾ ਕੇ ਅਸੀਂ ਫਿਰ ਬਹਿ ਜਾਂਦੇ ਹਾਂ ਵੀ ਉਹ ਠੀਕ, ਉੱਥੇ ਦੋਸਤ ਮਿੱਤਰ ਹੁੰਦੇ, ਖੁੱਲ੍ਹਾ ਹੁੰਦਾ ਇਹਨੂੰ ਗੱਲਬਾਤ ਕਰਨ ਨੂੰ। ਇੱਥੇ ਕੁਝ ਨਾ ਕੁਝ ਨਵਾਂ ਸੀ। ਕਹਿੰਦਾ ਇੱਥੋਂ ਦੀ ਮਰਿਆਦਾ ਉੱਥੋਂ ਨਾਲ ਠੀਕ ਨਹੀਂ, ਆਪਾਂ ਪਿੱਛੇ ਹੀ ਚੰਗੇ ਹਾਂ। ਇਹ ਪਤਾ ਕਿਹੜੀ ਭੁੱਲ ਹੋ ਜਾਂਦੀ ਸਾਥੋਂ? ਕੋਈ PhD ਦੀ ਕਲਾਸ ਵਿੱਚ ਬੈਠ ਕੇ ਕਦੇ ਵੀ ਥੋੜ੍ਹਾ ਜਿਹਾ ਗਿਆਨ ਇੱਥੋਂ ਲੈ ਕੇ ਨਾ, ਮੈਂ ਤਾਂ ਪਹਿਲੀ, ਦੂਜੀ ਜਾਂ ਚੌਥੀ, 5ਵੀਂ ਕਲਾਸ ਵਾਲੇ ਅਧਿਆਪਕ ਕੋਲ ਬਹਿਣਾ ਹੈ। ਉਹਦੇ ਕੋਲ ਜੋ ਸੀ ਉਹਨੇ ਤੈਨੂੰ ਦੇ ਦਿੱਤਾ। ਅਸੀਂ ਸੋਚਦੇ ਹਾਂ ਸ਼ਾਇਦ ਜੇ ਮੈਂ ਹੁਣ ਪ੍ਰੋਫੈਸਰ ਕੋਲ ਬੈਠਾ ਅਤੇ ਪਹਿਲਾਂ ਅਧਿਆਪਕਾਂ ਦੀ ਮੈਂ ਨਿਰਾਦਰੀ ਕਰ ਰਿਹਾ, ਉਹ ਕਹੇਗਾ 10 ਸਾਲ ਮੇਰੇ ਕੋਲ ਪੜ੍ਹ ਕੇ ਹੁਣ ਇਹ ਪ੍ਰੋਫੈਸਰ ਕੋਲ ਬਹਿ ਗਿਆ। ਨਹੀਂ, ਉਹਦੀ ਬਦੌਲਤ ਹੀ ਤੁਸੀਂ ਉੱਥੇ ਬੈਠੇ ਹੋ। ਵਾਪਸ ਉਹਦੇ ਕੋਲ ਬਹਿਣ ਦੀ ਲੋੜ ਨਹੀਂ, ਅਦਬ ਸਤਿਕਾਰ ਦੀ ਲੋੜ ਹੈ। ਤੋ ਖੈਰ, ਮੈਂ ਬੇਨਤੀ ਕਰ ਰਿਹਾ ਸਾਂ, ਇਹ ਮਨ ਜਿਹੜਾ ਕਿ ਸਤਿਗੁਰੂ ਕਹਿੰਦੇ ਉਹਦੀ ਮਿਹਰ ਤੋਂ ਬਗੈਰ ਕਾਬੂ ਨਹੀਂ ਹੁੰਦਾ, ਅੰਨਾ ਬਣਾ ਕੇ ਸਾਨੂੰ ਰੱਖਦਾ ਹੈ। ਇਹਦੇ ਵਾਸਤੇ ਕੀ ਕਰੀਏ? ਸਤਿਗੁਰੂ ਕਹਿੰਦੇ ਕੁਝ ਰੂਹਾਂ ਉਹ ਨੇ ਜਿਹੜੀਆਂ ਸ਼ੱਕ ਵੀ ਕਰਦੀਆਂ ਅਤੇ ਸ਼ਰਧਾ ਵੀ, ਇਹ ਬੜੀਆਂ ਖਤਰਨਾਕ ਨੇ। ਕੁਝ ਉਹ ਨੇ ਇਸ ਤੋਂ ਵੀ ਭੈੜੇ ਜਿਹੜੇ ਸੁਣਦੇ ਹੀ ਨਹੀਂ, ਕਹਿੰਦੇ
मैं ना मानू, मैं तो मननी नहीं कोई गल। सतगुरु जी कहते इहदा इलाज है सतगुरु वाले बनीए, गुरु वाले बनने का असीं समझते हाँ अमृत की दात लैनी। जिंदगी दे अंदर गुरु वाले का मतलब हुंदा जो सतगुरु कहण उहदे पिछे लग के तुरीए, सिमरन करिए रज के, सेवा करिए दब के, संगत करिए प्यार दे नाल। ते संगत जदों प्यार नाल करांगे ते साडे अंदर प्यारिओ एक हमेशा ही अरदास चाहिदी है भी मैं बदलना है। जे अंदरों अरदास करके इस रस्ते ते तुरंग में बदलना है तो बदलण लई मैं संगत करनी है, बदलण लई मैं सिमरन करना है, अंदर नूं बदलण लई मैं सेवा करनी। हो ही नहीं सकता भी निरंकार जी ना सानू बदलाण। सतगुरां दे एक परम प्यारे विद्वान श्रीमान भाई गुरदास साहिब जी होए ने, जिन्हां तो तुसीं सारे जाणू। वो बड़े प्यारे प्यारे बचन इस तरह की समझाते हैं। वो कहते ने तुसीं वेख्या जदों धोबी कपड़े धोंदा है उन्होंने पलोसदा तो नहीं कपड़ियां नूं, वो की करदा जैसे धोबी साबन लगाए पीटे पाखर से, वो की करेगा कपड़े नूं पानी च डुबो के साबन ला के पहला धोए जाते सी कपड़े डंडे नाल उन्होंने कुटना जां मुक्कियां नाल आपां जोर जोर दी मारदे ताकि दब के उहदी मैल निकले। निर्मल करत है बसन मलीन को, बसन कहंदे कपड़ियां नूं। मैले कपड़ियां नूं धोण लई प्यारिओ जे कोई कवे आराम नाल धो लईए नहीं, जां तां उहनूं डंडे नाल कुੱਟਦਾ धोबी। हुण मशीनां च पा के ਇੰਨਾ घुमाਉਂਦੇ भी कपड़े की भात ही बनी दी तां ही मैल निकलेगी। प्यारिओ बिल्कुल इसे तरह जे कोई कवे भी सवेरे शाम केवल थोड़ा जिहा नितनेम करके इस मन नूं आखे ला लांगे, सतगुरु कहंदे ने नहीं लगना। कुत्ते की पूंछ की तरह ने ਇਹਦਾ ਡਿੰਗਾ ਰਹਿਣਾ ਤੈਨੂੰ ਮਾੜੇ ਇਹਨੇ ਖਿਆਲ ਪਾਣੋਂ ਖਟਣਾ ਨਹੀਂ। ਜੇ ਕਹੀਏ ਮਹੀਨੇ ਮੱਸਿਆ ਗੁਰਦੁਆਰੇ ਜਾ ਕੇ ਇਹ ਕਾਬੂ ਆ ਜਾਵੇ, ਕਈ ਤਾਂ ਚਾਹੁੰਦੇ ਨੇ ਮੱਥਾ ਟੇਕੀਏ, ਮੱਥਾ ਟੇਕਣ ਲੱਗਿਆਂ ਵੀ ਸਾਹਮਣੇ ਮਹਾਰਾਜ ਨਹੀਂ ਹੁੰਦੇ। ਮਹਾਰਾਜ ਦੁਕਾਨ 'ਤੇ ਚੱਲੇ ਆ, ਉੱਥੇ ਸਾਡੇ ਸਿਰ 'ਤੇ ਹੱਥ ਰੱਖੀ, ਮਹਾਰਾਜ ਅੱਜ ਪੈਸਾ ਟਕਾ ਚੰਗਾ ਆਵੇ। ਮਹਾਰਾਜ ਅਸੀਂ ਕੰਮ 'ਤੇ ਚੱਲੇ ਹਾਂ ਦੂਰ ਨੇੜੇ ਟੈਕਸੀ ਜਾਂ ਟਰੱਕ ਲੈ ਕੇ, ਤੇ ਸਾਡੇ ਸਹਾਈ ਹੋਈ ਬਸ ਨਾ ਪਾਠ ਕਰਨਾ ਨਾ ਮਹਾਰਾਜ ਨੂੰ ਸਾਹਮਣੇ ਰੱਖਣਾ, ਆਪਣੇ ਕੰਮ ਨੇ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਧੋਬੀ ਕੱਪੜੇ ਨੂੰ ਧੋਂਦਾ, ਕਦੇ ਪਾਣੀ ਕਦੇ ਸਾਬਣ ਕਦੇ ਕੁੱਟਦਾ, ਨਾ ਨਿਕਲੇ ਫਿਰ ਦੁਬਾਰਾ ਇਸ ਤਰ੍ਹਾਂ ਰੱਜ ਕੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ। ਮਨ ਨੂੰ ਦੀ ਮੈਲ ਉਤਾਰਨੀ, ਇਹ ਚੰਚਲ ਜਾਂ ਕਾਬੂ ਤਾਂ ਨਹੀਂ ਆਉਂਦਾ, ਇਹ ਮੈਲਾ ਏ। ਇਹਦੀ ਮੈਲ ਕੱਢਣ ਲਈ ਰੱਜ ਕੇ ਪਿਆਰਿਓ ਅੱਠੇ ਪੈਰ ਇੱਧਰ ਧਿਆਨ ਖੋਵੇ, ਕੰਮ ਕਾਰ ਕਰਦਿਆਂ ਵੀ ਕੋਈ ਮੈਲਾ ਖਿਆਲ ਆਵੇ ਤੇ ਅੰਦਰ ਕੰਬ ਜਾਵੇ। ਮਨਾ ਆ ਕੀ ਤੂੰ ਕਰ ਰਿਹਾ। ਇੱਕ ਮੈਂ ਬੇਨਤੀ ਕਰਾਂ, ਮਹਾਂਪੁਰਖ ਲੋਕ ਰੱਬ ਦੇ ਪਿਆਰੇ ਦੱਸਦੇ ਨੇ ਤੇ ਜੋ ਸਤਿਗੁਰਾਂ ਦੀ ਕਿਰਪਾ ਨਾਲ ਅਸੀਂ ਵੇਖਿਆ ਖੁਦ ਸਾਧ ਸੰਗਤ, ਇਹ ਜਦੋਂ ਅਸੀਂ ਮਨ ਮੈਲ ਇਹਦੀ ਧੁੱਪਣ ਲੱਗ ਪਏ ਨਾ ਤੇ ਮਹਾਰਾਜ ਫਿਰ ਦਿਖਾ ਦਿੰਦੇ। ਪਹਿਲਾਂ ਨਹੀਂ ਦਿਸਦੇ ਖਿਆਲ ਮਾੜੇ ਆ ਰਹੇ। ਜਦੋਂ ਕੁਤਸ਼ਾਮ ਸੁਣਦੇ ਹੋ ਨਾ, ਜਦੋਂ ਪਾਠ ਨਹੀਂ ਸਾਂ ਕਰਦੇ ਉਦੋਂ ਨਹੀਂ ਸੀ ਇੰਨੇ ਮਾੜੇ ਖਿਆਲ ਆਉਂਦੇ, ਹੁਣ ਬੜੇ ਮਾੜੇ ਖਿਆਲ ਆਉਂਦੇ ਨੇ। ਉਦੋਂ ਦਿਸਦੇ ਨਹੀਂ ਸਨ, ਹੁਣ ਗੁਰੂ ਨੇ ਦਿਖਾ ਦਿੱਤੇ ਨੇ। ਮੈਲ ਪਹਿਲਾਂ ਵੀ ਕੋਲ ਹੀ ਸੀ, ਕੱਪੜਾ ਉਸ ਤਰ੍ਹਾਂ ਵੇਖੀਏ ਤੇ ਨਹੀਂ ਸੀ ਦਿਸਦੀ ਮੈਲ, ਹੁਣ ਜਦੋਂ ਪਾਣੀ ਪਾ ਕੇ ਨਿਚੋੜਿਆ ਤੇ ਮੈਲ ਨਿਕਲਦੀ ਦਿਸਦੀ ਏ। ਅੰਦਰ ਨੂੰ ਇਸੇ ਤਰ੍ਹਾਂ ਮਲਣਾ ਪੈਂਦਾ ਏ। ਪਿਆਰਿਓ ਐਵੇਂ ਤੇ ਨਹੀਂ ਸਤਿਗੁਰੂ ਜੀ ਕਿਧਰੇ ਕਹਿੰਦੇ ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੈ ਢੀਲਾ। ਤੀਸਰੇ ਗੁਰਦੇਵ ਦਾ ਇੱਕ ਬੱਚਾ ਨੇ, ਉਹ ਕਹਿੰਦੇ ਜੇ ਸੇਵਾ ਕਰੋ ਇਸ ਮਨ ਦੀ ਮੈਲ ਧੋਣ ਲਈ ਇਸ ਤਰ੍ਹਾਂ ਜਿਵੇਂ ਖਾਚੀ ਮੁਖਾਵਤ ਦੀ ਮਾਰ ਖਾਂਦਾ ਹੈ, ਜਿਵੇਂ ਐਰਣ ਦੇ ਉੱਪਰ ਲੋਹਾ ਗਰਮ ਰੱਖ ਕੇ ਲੋਹੇ ਨਾਲ ਸੱਟਾਂ ਮਾਰੀ ਦੀਆਂ ਨੇ ਫਿਰ ਉਹ ਅੱਗੇ ਟਿਕੀ ਰਹਿੰਦੀ। ਕਹਿੰਦੇ ਜੇ ਇਵੇਂ ਸੇਵਾ ਕਰਦਿਆਂ ਸੰਗਤਾਂ ਦੀਆਂ ਲੋਕਾਂ ਦੇ ਬੋਲ ਕਬੋਲ ਸੁਣ ਕੇ ਟਿਕੇ ਰਹੋਗੇ ਤੇ ਮੈਲ ਧੁੱਪਣੀ, ਨਹੀਂ ਤੇ ਮਨ ਦੀ ਅਹੰਕਾਰ ਦੀ ਮੈਲ ਚੰਬੜੀ ਰਹਿਣੀ। ਬਚਨ ਨੇ ਹਸਤੀ ਸਿਰ ਜਿਉ ਅੰਕਸ ਹੈ, ਆਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ।
ਉਹ ਵੀ ਸੇਵ ਕਰੇ। ਉਹ ਵੀ ਕਹਿੰਦੇ ਸਾਵਧਾਨ ਨੂੰ, ਜੇ ਮੈਲ ਧੁੱਪ ਗਈ ਨਾ, ਬਖਸ਼ਿਸ਼ ਕਿੱਡੀ ਵੱਡੀ। ਕਹਿੰਦੇ ਇਉਂ ਗੁਰਮੁਖ ਆਪ ਨਿਵਾਰੀਏ, ਸਭ ਰਾਜ ਸ੍ਰਿਸ਼ਟ ਕਾਲੇ। ਜੇ ਅੰਦਰੋਂ ਹਉਮੈ ਮਰ ਗਈ, ਮਨ ਹਟ ਗਿਆ ਨਾ, ਤੇ ਸ੍ਰਿਸ਼ਟੀ ਦੇ ਰਾਜੇ ਬਣੋਗੇ। ਭਾਈ ਗੁਰਦਾਸ ਸਾਹਿਬ ਕਹਿੰਦੇ ਸੁਨਿਆਰੇ ਨੂੰ ਤੱਕਿਆ ਜੀ, ਸੋਨੇ ਵਿੱਚ ਖੋਟ ਹੈ, ਉਹਨੂੰ ਕੱਢਣਾ ਬਾਹਰ, ਤੇ ਕੀ ਕਰੇਗਾ ਸੁਨਿਆਰਾ? ਉਹਨੂੰ ਪਿਆਰ ਨਾਲ ਨਹੀਂ। ਜੈਸੇ ਤੋਂ ਸੁਨਾਰ ਬਾਰੰਬਾਰ ਗਾਰ ਗਾਰ ਢਾਰ, ਉਹਦੀ ਕੁਠਾਲੀ 'ਚ ਪਾ ਕੇ ਅੱਗ ਬਾਲਦਾ। ਕਰਤ ਅਸ਼ੁੱਧ ਸੁਧ ਕੰਚਨ ਕੁਲੀਨ ਕੋ। ਜਿਹੜੇ ਸੋਨੇ ਵਿੱਚ ਖੋਟ ਸੀ ਨਾ, ਉਹ ਕੱਢਣ ਲਈ ਉਹਨੂੰ ਕੁਠਾਲੀ 'ਚ ਪਾ ਕੇ ਉਹਨੂੰ ਦੁੱਖ ਦਿੰਦਾ ਹੈ। ਗੁਰੂ ਕੇ ਪਿਆਰਿਓ, ਉਹ ਦੁੱਖ ਕਿਉਂ ਲੱਗਦਾ ਏ? ਜੋ ਦੁੱਖ ਸਹਿ ਲੇਗਾ, ਸ਼ੁੱਧ ਸੋਨਾ ਬਣੇਗਾ, ਤੇ ਗੁਰੂ ਕੇ ਪਿਆਰਿਓ ਦੀ ਕੀਮਤ ਕਿਤਨੀ ਵੱਧ ਜਾਏਗੀ। ਸਾਡੀ ਜੇ ਕੀਮਤ ਘਟਾਉਂਦਾ ਏ ਤੇ ਮਨ ਦੀ ਮੈਲ ਘਟਾਉਂਦੀ ਏ। ਜਿਉਂ-ਜਿਉਂ ਮੈਲ ਉਤਰਦੀ, ਸ਼ੁੱਧ ਖਿਆਲ ਹੁੰਦੇ ਨੇ, ਉੱਚੀ ਸੋਚ ਰੱਬ ਦੀ ਨਿਗਾਹ ਵਿੱਚ ਵੀ ਮੁੱਲ ਪੈਂਦਾ ਤੇ ਦੁਨੀਆ ਦੀ ਨਿਗਾਹ ਵਿੱਚ ਵੀ ਪੈਂਦਾ। ਕਹਿੰਦਾ ਇਸ ਬੰਦੇ ਦੇ ਖਿਆਲ ਕਿੰਨੇ ਉੱਚੇ ਤੇ ਪਿਆਰੇ ਨੇ। ਪਰ ਉਹ ਜਿਵੇਂ ਸੁਨਿਆਰਾ ਸੋਨੇ 'ਚੋਂ ਮੈਲ ਕੱਢਣ ਲਈ ਉਸ ਨੂੰ ਤਕਲੀਫ ਦਿੰਦਾ ਹੈ, ਇਹ ਸਰੀਰ ਨੂੰ ਤਕਲੀਫ ਦੇਣੀ ਪੈਣੀ। ਇਹ ਨਹੀਂ ਵੀ ਪਾਠ ਕਰਦੇ ਮਾੜਾ ਜਿਹਾ ਗੋਡਾ ਦਰਦ ਹੋਇਆ, ਆਪਾਂ ਨਹੀਂ ਕਰਨਾ, ਦੋ ਵਾਸੀਆਂ ਆ ਗਈਆਂ, ਆਪਣੇ ਤੋਂ ਨਹੀਂ ਪਾਠ ਹੁੰਦਾ। ਜੇ ਗੁਰਦੁਆਰੇ ਗਏ, ਕਿਸੇ ਸੇਵਾਦਾਰ ਜਾਂ ਕਿਸੇ ਹੋਰ ਪ੍ਰਾਣੀ ਨੇ ਮਾੜਾ ਜਿਹਾ ਫਤਿਹ ਨਾ ਬੁਲਾਈ, ਆਪਾਂ ਨਹੀਂ ਗੁਰਦੁਆਰੇ ਜਾਣਾ। ਇਸ ਤਰ੍ਹਾਂ ਨਹੀਂ ਸਿੱਖੀਆਂ ਕਮਾਈਆਂ ਜਾਂਦੀ। ਸਿੱਖੀ ਗੁਰੂ ਕੇ ਪਿਆਰਿਓ, ਜਿਵੇਂ ਸੁਨਿਆਰਾ ਕੰਚਨ ਨੂੰ ਕੁਠਾਲੀ 'ਚ ਪਾਉਂਦਾ, ਇਹ ਨਿਰੰਕਾਰ ਹੀ ਸਾਡੀ ਹਉਮੈ ਮਾਰਨ ਲਈ ਸਬੱਬ ਬਣਾਉਂਦਾ ਹੈ। ਕਹਿੰਦੇ ਜਿਵੇਂ ਸੋਨਾ ਟਿਕਿਆ ਰਹਿ ਟਿਕੇ ਰਹੋ, ਜੈਸੇ ਤੋਂ ਪਵਨ ਚੱਕ ਝੋਰਤ ਬਿਰਖ ਮਿਲ, ਮੱਲੇ ਗੰਧ ਕਰਤਕ ਹੈ ਚੰਦਨ ਪ੍ਰਵੀਨ ਕੋ। ਭਾਈ ਸਾਹਿਬ ਕਹਿੰਦੇ ਨੇ, ਤੁਸੀਂ ਵੇਖਦੇ ਹੋ ਚੰਦਨ ਦਾ ਰੁੱਖ ਜਿੱਥੇ ਹੋਵੇ, ਕਿਸੇ ਜਗ੍ਹਾ 'ਤੇ, ਕਿਸੇ ਜੰਗਲ 'ਚ, ਬਾਗ ਬਗੀਚੇ 'ਚ, ਉਹ ਖੜਾ ਰਵੇ, ਉਹਦੀ ਖੁਸ਼ਬੂ ਨਹੀਂ ਨਾ ਫੈਲਣੀ। ਪਰ ਜਦੋਂ ਤੇਜ਼ ਹਵਾ ਆਵੇ, ਤੇਜ਼ ਹਵਾ ਆਏਗੀ, ਉਹ ਚੰਦਨ ਦੇ ਬੂਟੇ ਨੂੰ ਖੂਬ ਖਿਲਾਏਗੀ। ਜਦੋਂ ਖਿਲਦਾ ਪੂਰਾ, ਉਹਨੂੰ ਦੁੱਖ ਤੇ ਲੱਗਦਾ, ਪਰ ਉਹਦੇ ਵਿੱਚੋਂ ਜਿਹੜੀ ਸੁਗੰਧੀ ਉਹ ਨਿਕਲ ਕੇ ਚਾਰ ਚਫੇਰੇ ਦੇ ਬੂਟਿਆਂ ਵਿੱਚ ਪੈ ਕੇ ਉਹਦਾ ਕਿੱਡਾ ਵੱਡਾ ਪਰਿਵਾਰ ਹੋ ਜਾਂਦਾ। ਕਹਿੰਦੇ ਰੱਬ ਇਹਦੇ ਅੰਦਰ ਚੰਦਨ ਦੀ ਤਰ੍ਹਾਂ ਖੁਸ਼ਬੂ ਉਹਨੇ ਭਰੀ ਏ, ਸਾਨੂੰ ਦਿਸਦੀ ਨਹੀਂ। ਸਾਨੂੰ ਤੇ ਮੈਲ ਦਿਸਦੀ, ਅੱਖ ਮੀਟੀਏ, ਨੀਂਦ ਆਉਂਦੀ ਏ, ਜਾਂ ਮਾਪੇ ਜਾਂ ਕੰਮ ਚੇਤਾ ਹੁੰਦੇ ਨੇ। ਸਾਹਿਬ ਕਹਿੰਦੇ ਨਹੀਂ, ਇਹਦੇ 'ਤੇ ਸ਼ਬਦ ਦੀ ਹਵਾ ਪਾਓ, ਇਹਨੂੰ ਸ਼ਬਦ ਦੀ ਹਵਾ ਨਾਲ ਚੰਗੀ ਤਰ੍ਹਾਂ ਇਹਨੂੰ ਝਕੋਲੋ। ਜਿਵੇਂ ਹਵਾ ਦਰਖਤਾਂ ਨੂੰ ਝੰਜੋੜਦੀ, ਇਹਨੂੰ ਝੰਜੋੜੋ। ਸਵੇਰੇ ਉੱਠਣ ਲੱਗਿਆਂ ਝੰਜੋੜ ਕੇ ਉੱਠ ਪਵੂ ਅੰਮ੍ਰਿਤ ਵੇਲੇ, ਸ਼ਾਮਾਂ ਨੂੰ ਇਹ ਆਲਸ ਕਰਨ ਲੱਗੇ, ਝੰਜੋੜ ਕੇ ਇਹਨੂੰ ਸੰਗਤ ਵਿੱਚ ਲੈ ਜਾਓ। ਇਹਨੂੰ ਚੰਗੀ ਤਰ੍ਹਾਂ ਝੰਜੋੜੋ। ਜਿੰਨਾ ਝੰਜੋੜਾਂਗੇ ਉਵੇਂ ਅੰਦਰੋਂ ਹੀ ਸੁਗੰਧੀ। ਤੁਸੀਂ ਵੇਖਦੇ ਹੋ ਨਾ, ਗੁਰੂ ਰਾਮਦਾਸ ਪਿਤਾ ਜੀ ਦੇ ਬਚਨ ਨੇ ਗੁਰੂ ਕੇ ਪਿਆਰਿਓ, ਆਸਾ ਦੀ ਵਾਰ ਨਾਲ ਉਹ ਸੰਤ ਜੋੜੇ ਨੇ। ਪਹਿਲਾ ਸ਼ਬਦ ਹੀ ਏਕ ਹੈ, ਹਰ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਹੁਣ ਮਨ ਨੂੰ ਚੜ੍ਹੀ ਮੈਲ ਵਿਕਾਰਾਂ ਦੀ, ਤੇ ਫਿਰ ਚੜ੍ਹਦੀ ਨਾਮ ਦੀ। ਜਦੋਂ ਉਹ ਮਨ ਨੂੰ ਪ੍ਰੇਮ ਦਾ, ਪਿਆਰ ਦਾ ਰੰਗ ਚੜ੍ਹਦਾ, ਗੁਰੂ ਰਾਮਦਾਸ ਪਿਤਾ ਦੇ ਬਚਨ ਨੇ, ਰੁੱਖਾ ਜਿਹਾ ਨਾ ਪਾਠ ਕਰੀਏ, ਪਿਆਰ ਭਰੀਏ ਆਪਣੇ ਅੰਦਰ। ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿੰਨਾ। ਕਹਿੰਦੇ ਜਿਵੇਂ ਨਾ ਉਹ ਸੋਨੇ 'ਤੇ ਮੈਲ ਕੱਢਣ ਲਈ ਕਸਵੱਟੀਆਂ ਲਾਈਆਂ ਜਾਂਦੀਆਂ, ਆਪਾਂ ਨੂੰ ਵੀ ਨਿਰੰਕਾਰ ਨੇ ਕਸਵੱਟੀਆਂ ਲਾਣੀਆਂ ਆਉਂਦੀਆਂ ਨੇ। ਆਪਾਂ ਪਾਠ ਕੀਤਾ ਏ, ਅਸੀਂ ਸੋਚਦੇ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ। ਉਹ ਅੰਦਰ ਬੈਠਾ ਏ ਵੀ ਤੇਰੇ ਖਿਆਲ ਤੇਰੇ ਕੀ ਚੱਲ ਰਹੇ ਸਨ, ਤੇਰੀ ਨੀਅਤ ਕਿਹੋ ਜਿਹੀ ਏ। ਉਹ ਕਸਵੱਟੀਆਂ ਲਾ ਕੇ ਇਹਨੂੰ ਸੋਨੇ ਵਰਗਾ ਬਣਾਉਂਦਾ। ਉਹ ਪਰਖ ਇਸ ਕਰਕੇ ਨਹੀਂ ਕਰਦਾ ਸਾਨੂੰ ਫੇਲ ਕਰਨ ਲਈ, ਪਾਸ ਕਰਨ ਲਈ, ਅੱਗੇ ਵਧਾਉਣ ਲਈ। ਤੋ ਸਤਿਗੁਰਾਂ ਦੇ ਬਚਨ ਨੇ ਬੜੇ ਪਿਆਰੇ। ਉੱਥੇ ਗੁਰੂ ਕੇ ਪਿਆਰਿਓ, ਸਾਹਿਬ ਕਹਿੰਦੇ ਨੇ, ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨ ਪਿੰਨਾ, ਜਨ ਨਾਨਕ ਮੁਸਕ ਚ ਘੋਲਿਆ, ਸਭ ਜਨਮ ਧਨ ਧੰਨਾ। ਕਹਿੰਦੇ ਗੁਰੂ ਦੇ ਸਨਮੁਖ ਜਦੋਂ ਹੋਏ ਨਾ, ਤੇ ਮਨ ਤਨ ਦੋਨੋਂ ਹੀ ਉਹਦੇ ਪਿਆਰ ਨਾਲ ਭਿੱਜਦੇ। ਅੰਦਰ ਇੱਕ ਸੁਗੰਧੀ ਪੈਦਾ ਹੁੰਦੀ ਏ,
ਜਿਹਨੇ ਸਾਰੇ ਜਨਮ ਨੂੰ ਧਨ ਧਨ ਹੀ ਕਰ ਦਿੱਤਾ। ਕਦੀ ਸੋਚ ਸਕਦੇ ਹਾਂ ਵੀ ਸਾਡੇ ਸਾਰਿਆਂ ਦੇ ਅੰਦਰ ਇੱਕ ਉਹ ਸੁਗੰਧੀ ਹੈ ਜਿਸ ਦਿਨ ਉਹ ਲੈ ਲਈ ਭਈ ਸਾਰਾ ਜਨਮ ਹੀ ਧਨ ਧਨ ਹੋ ਜਾਏਗਾ। ਆਪਾਂ ਆਖਾਂਗੇ ਨਹੀਂ, ਮੇਰੇ ਕੋਲੋਂ ਤਾਂ ਕਿਧਰੇ ਮੈਲੇ ਕੱਪੜਿਆਂ ਦੀ ਜਾਂ ਸਰੀਰ 'ਤੇ ਮੈਲੇ ਦੀ ਬਦਬੂ ਆਏਗੀ, ਜਾਂ ਕਿਧਰੇ ਸੈਂਟ ਵਗੈਰਾ ਲਾਵਾਂ ਅਤੇ ਉਹ ਘੜੀ ਪਲ ਉਹਦੀ ਖੁਸ਼ਬੂ ਆਏਗੀ। ਸਾਹਿਬ ਕਹਿੰਦੇ ਨਹੀਂ, ਜਦੋਂ ਤੂੰ ਨਾਮ ਜਪੇਂਗਾ, ਸ਼ਬਦ ਦੀ ਹਵਾ ਅੰਦਰ ਪਾਏਂਗਾ, ਬਾਹਰ ਲੋਕਾਂ ਨੂੰ ਸੁਣਾਉਣ ਲਈ ਨਹੀਂ। ਵਾਹਿਗੁਰੂ 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 ਅੰਦਰ ਏ, ਉਹਦੇ 'ਤੇ ਹਵਾ ਮਾਰ ਜ਼ੋਰ ਜ਼ੋਰ ਦੀ, ਤੇਰੇ ਅੰਦਰੋਂ ਨਿਕਲੇ ਵਾਹਿਗੁਰੂ 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 ਵਾਹਿਗੁਰੂ। ਉਹਨੂੰ ਚਕੋਲ ਅੰਦਰੋਂ, ਜੋ ਅੰਦਰ ਜਿਵੇਂ ਹਵਾ ਸ਼ਬਦ ਦੀ ਪਵੇਗੀ। ਸਾਹਿਬ ਨੇ ਕਿਹਾ ਨਾ, ਪਵਨ ਗੁਰੂ ਪਾਣੀ ਪਿਤਾ, ਉਹ ਪਵਨ ਸ਼ਬਦ ਦੀ ਇਹਦੇ ਉੱਤੇ ਮਾਰ, ਫਿਰ ਇਹਦੇ 'ਚੋਂ ਉਹ ਸੁਗੰਧੀ ਨਿਕਲੇਗੀ, ਪੂਰੇ ਜਨਮ ਨੂੰ ਹੀ ਧਨ ਧਨ ਕਰ ਦੇਗੀ। ਜਪਣ ਵਾਲਿਆਂ ਕੋਲ ਜਾਓ, ਤੁਹਾਨੂੰ ਬਾਹਰੋਂ ਵੀ ਸੁਗੰਧੀ ਆਏਗੀ। ਮੈਂ ਬੇਨਤੀ ਕਰ ਰਿਹਾ ਸਾਂ, ਇਹਦਾ ਇਲਾਜ ਅਸੀਂ ਗੱਲ ਚੱਲੀ ਸੀ, ਮਨ ਕਾਬੂ ਕਿਉਂ ਨਹੀਂ ਆਉਂਦਾ? ਕੀ ਸਾਰਿਆਂ ਦਾ ਕਾਬੂ ਨਹੀਂ ਆਉਂਦਾ? ਕਿ ਰੱਬ ਨੇ ਇਸੇ ਤਰ੍ਹਾਂ ਦਾ ਬਣਾਇਆ ਸੀ ਇਹ ਮਨ? ਗੁਰੂ ਕੇ ਪਿਆਰਿਓ, ਕਿ ਇਹਦੇ ਸਾਹਮਣੇ ਢੇਰੀ ਢਾਕ ਕੇ ਬਹਿ ਜਾਈਏ? 4 ਕੁ ਸਵਾਲ ਸਨ, ਪਰ ਉਹਦਾ ਜਵਾਬ ਆਪਾਂ ਵਿਚਾਰ ਲਿਆਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨਹੀਂ ਪਿਆਰਿਓ, ਜਿਵੇਂ ਧੋਬੀ ਨੂੰ ਕੱਪੜਾ ਧੋਣ ਲਈ ਉਸ ਕੱਪੜੇ ਨੂੰ ਦੁੱਖ ਦੇਣਾ ਪੈਂਦਾ ਹੈ, ਜਿਸ ਤਰ੍ਹਾਂ ਸੁਨਿਆਰ ਨੂੰ ਉਹ ਸੋਨੇ 'ਚੋਂ ਖੋਟ ਕੱਢਣ ਲਈ ਉਠਾਲੀ 'ਚ ਪਾਉਣਾ ਪੈਂਦਾ ਹੈ, ਜਿਸ ਤਰ੍ਹਾਂ ਹਵਾ ਨੂੰ ਜ਼ੋਰ ਦੀ ਚਾਲਾਕ ਜਦੋਂ ਝੁੱਲਦੀ ਏ, ਚੰਦਨ ਨੂੰ ਖਿਲਾਉਂਦੀ ਚੰਦਨ ਪੈਦਾ ਹੁੰਦਾ, ਤੈਸੇ ਗੁਰਸਿੱਖਣ ਦਿਖਾਏ ਕੈ ਬਿਰਥਾ ਬਵੇਕ। ਜਦੋਂ ਮਹਾਰਾਜ ਜੀ ਦੇ ਚਰਨੀ ਲੱਗ ਕੇ ਅਭਿਆਸ ਕਰਾਂਗੇ, ਸਤਿਗੁਰੂ ਜੀ ਇਹ ਔਗਣ ਵੀ ਦਿਖਾਣਗੇ, ਪਿਆ ਦੇਖ ਕਿਵੇਂ ਆ ਜੀਵਨ ਬਰਬਾਦ ਕਰਨ ਵਾਲੇ ਖਿਆਲ ਆ ਰਹੇ। ਕੇਵਲ ਦਿਖਾਉਂਦੇ ਨਹੀਂ, ਮਾਇਆ ਮਲ ਕਾਟ ਕਰੈ ਨਿਜ ਮਾਇਆ ਦੀ ਮੈਲ ਕੱਟੀ ਜਾਏਗੀ, ਇਹਦੀ ਜਾਏ ਕੁਛ ਅੰਦਰ ਵਸਤੂ ਚੰਗੀ ਤੋਂ ਬਾਅਦ ਆਪ ਬੈਠਾ ਏ, ਉਹ ਪ੍ਰਗਟ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਕੀਤੀ ਗੁਰੂ ਕੇ ਪਿਆਰਿਓ, ਗਰੀਬ ਨਵਾਜ ਪਿਤਾ ਜੀ ਅੱਜ ਦਰਸਾ ਰਹੇ ਨੇ ਭਈ ਆਪਾਂ ਨੂੰ ਇਸ ਮਨ ਦੇ ਸਾਹਮਣੇ ਢੇਰੀ ਨਹੀਂ ਢਾਣ ਦੀ ਲੋੜ। ਪਰਖਾਂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਨੇ ਬਚਨ ਕਿਉਂ ਕਹੇ ਨੇ? ਇਸ ਲਈ ਵੀ ਜਿਹਨੂੰ ਆਪਾਂ ਸੋਧਣਾ ਹੈ ਨਾ, ਉਹਦੀ ਹਾਲਤ ਵੇਖ ਲਓ ਕਿਹੋ ਜਿਹਾ ਜੇ। ਕਹਿੰਦੇ ਮਦ ਮਾਇਆ ਕੇ ਭਇਓ ਬਾਬਰੋ ਹਰ ਜਸ ਨੇ ਉਚਰੈ। ਇਹਨੂੰ ਮਾਇਆ ਦਾ ਨਸ਼ਾ ਮਨ ਨੇ ਇਹੋ ਜਿਹਾ ਚੜਾਇਆ ਹੋਇਆ, ਕਮਲਾ ਹੀ ਹੋਇਆ ਫਿਰਦਾ ਏ। ਜਦੋਂ ਇਹਦੇ ਹੱਥਾਂ ਵਿੱਚ ਨੈਣ ਪ੍ਰੈਣਾ ਦੀ ਤਾਕਤ ਨਾ ਰਵੇ, ਉਦੋਂ ਵੀ ਕੋਈ ਨਾ ਕੋਈ ਢੰਗ ਨਾਲ ਮਾਇਆ ਦੀ ਗੱਲਾਂ ਕਰੇਗਾ। ਆਖੇਗਾ ਸ਼ੁਕਰ ਏ ਪੁੱਤਰ ਸੈੱਟ ਹੋ ਗਏ, ਹੁਣ ਪੋਤਰਿਆਂ ਕੋਲ ਇੰਨੀ ਆ ਗਈ, ਸੁੱਖ ਨਾਲ ਦੋਤਰਿਆਂ ਕੋਲ ਇੰਨਾ ਕੁਝ ਆ ਗਿਆ, ਫਿਰ ਵੀ ਗੱਲ ਮਾਇਆ ਦੀ। ਪਰ ਜਿਹੜਾ ਹਰੀ ਜਸ ਉਚਾਰਨਾ ਸੀ ਨਾ ਅੰਦਰੋਂ, ਇਹਨੇ ਕਹਿਣਾ ਸੀ ਵਾਹਿਗੁਰੂ, ਉਹ ਨਹੀਂ ਕਹਿੰਦਾ। ਕਰ ਪਰਪੰਚ ਜਗਤ ਕੋ ਡਹਿ ਕੇ ਕਹਿੰਦੇ ਠੱਗਣਾ ਆਪਣੋਂ ਉਧਰ ਪਰੈ। ਇਹ ਮਨ ਲੋਕਾਂ ਨਾਲ ਪਰਪੰਚ ਦਿਖਾਵਾ ਕਰ ਕਰਕੇ ਠੱਗ ਕੇ ਆਪਣਾ ਪੇਟ ਭਰਦਾ ਏ, ਪਰ ਇਹ ਭਰਿਆ ਸਾਨੂੰ ਤੰਗ ਕਰੇਗਾ। ਬਚਨ ਨੇ ਸਵਾਨ ਪੂਛ ਜਿਉਂ ਭਇਓ ਨਾ ਸੂਧੋ। ਜਿਵੇਂ ਕੂਕਰ ਦੀ ਪੂਛਲ ਸਿੱਧੀ ਨਹੀਂ ਹੁੰਦੀ, ਕਹਿਓ ਨਾ ਕਾਨ ਤਰੈ। ਇਹਨੂੰ ਥੋੜ੍ਹਾ ਬਹੁਤਾ ਉਪਦੇਸ਼ ਦਿਓ, ਇਹਨੇ ਮੰਨਣਾ ਥੋੜ੍ਹਾ ਹੈ, ਫਿਰ ਡਿੰਗਾ ਹੋ ਕੇ ਰਹਿ ਜਾਂਦਾ ਹੈ। ਸਾਹਿਬ ਕਹਿੰਦੇ ਨਹੀਂ, ਕਹੋ ਨਾਨਕ ਭਜ ਰਾਮ ਨਾਮ ਨਿਤ। ਕਹਿੰਦੇ ਸਿਮਰਨ ਕਦੇ ਨਾ ਕਰੋ, ਵਾਹਿਗੁਰੂ ਦਾ ਸਿਮਰਨ ਨਾਮ ਨਿਤਾ ਪ੍ਰਤੀ ਕਰੋ, ਨਿਤਾ ਪ੍ਰਤੀ। ਜਾ ਤੇ ਕਾਜ ਸਰੈ, ਕਾਜ ਜੱਜੇ ਨੂੰ ਔਂਕੜੇ। ਇੱਕੋ ਹੀ ਕਾਜ ਜ਼ਿੰਦਗੀ 'ਚ, ਅਕਾਲ ਪੁਰਖ ਨੂੰ ਮਿਲਣਾ। ਉਹਨੂੰ ਮਿਲਣਾ ਕਦੋਂ? ਜਦੋਂ ਇਸ ਮਨ ਦੀ ਮੈਲ ਧੁੱਪੇਗੀ। ਤੋ ਆਓ ਗੁਰੂ ਕੇ ਪਿਆਰਿਓ, ਸਾਹਿਬ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਸਲੀ ਕਾਜ ਕਰੀਏ, ਉਹ ਕਾਜ ਕੌਣ ਨਹੀਂ ਕਰਨ ਦਿੰਦਾ? ਇਹ ਮਨ ਤੋਂ ਬਚਣ ਲਈ ਸਤਿਗੁਰੂ ਜੀ ਕਹਿੰਦੇ ਰੱਜ ਕੇ ਮਿਹਨਤ ਮੁਸ਼ੱਕਤ ਕਰਨੀ ਪਏਗੀ। ਅਸੀਂ ਪੜ੍ਹਦੇ ਵੀ ਹਾਂ ਪਰ ਵਿਚਾਰਦੇ ਨਹੀਂ। ਸ਼ਲੋਕ ਵਿੱਚ ਬਚਨ ਨੇ ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ।
ਜਿਨ੍ਹਾਂ ਨੇ ਘਾਲਣਾ ਘਾਲੀਆਂ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ, ਨਾਲ ਉਹਨਾਂ ਦੀ ਮੁਖ ਉਜਲੇ ਹੁੰਦੇ ਦਰਗਾਹ ਵਿੱਚ। ਤੇ ਪਿਆਰਿਓ, ਉਹਨਾਂ ਦੀ ਬਦੌਲਤ ਹੋਰ ਕਈ ਛੁੱਟ ਜਾਂਦੇ ਹਨ। ਸਤਿਗੁਰੂ ਜੀ ਮਿਹਰਾਂ ਕਰਨ, ਆਪਾਂ ਵੀ ਇਸ ਮਨ ਦੀ ਮਾਰ ਤੋਂ ਬਚੀਏ, ਇਸ ਦੀ ਮੈਲ ਨੂੰ ਧੋਈਏ। ਇਹ ਨਾ ਪੁੱਛਦੇ ਰਹੀਏ ਟਿਕਦਾ ਨਹੀਂ, ਇਹ ਵੇਖੀਏ ਅਸੀਂ ਮਿਹਨਤ ਕਿੰਨੀ ਕੁ ਕਰਦੇ ਹਾਂ। ਇਹ ਨਾ ਕਹੀਏ ਸਾਰਿਆਂ ਨਾਲ ਇਸ ਤਰ੍ਹਾਂ ਹੁੰਦੀ, ਮੇਰੇ ਨਾਲ ਖੋਈ ਜਾਏ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕਹਿੰਦੇ ਨਹੀਂ, ਆਪਾਂ ਲੋਕਾਂ ਦੀ ਤੇ ਮਨ ਦੀ ਨਹੀਂ ਸੁਣਨੀ, ਇਹਨੂੰ ਧੋ ਕੇ ਪਵਿੱਤਰ ਬਣਾ ਲਾਂਗੇ। ਇਹ ਮਨ ਜਿਹੜਾ ਕਿਧਰੇ ਸਾਨੂੰ ਗੰਦ 'ਚ ਸੁੱਟਦਾ ਹੈ, ਇਹ ਦਰਗਾਹ ਵਿੱਚ ਲਿਜਾਣ ਲਈ ਸਖਾਈ ਹੋਏਗਾ। ਅੱਜ ਇੰਨੇ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ, ਸਤਿਗੁਰੂ ਜੀ ਦੇ ਬਚਨਾਂ ਨੂੰ ਹਿਰਦੇ ਅੰਦਰ ਥਾਂ ਦੇਣ ਜੀਓ। ਪਿਆਰ ਸਹਿਤ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।